ਉਰਦੂ ਪੁਆਇੰਟ ਤੋਂ ਸੋਨੀ ਧਰਤੀ ਪਾਕਿਸਤਾਨ ਪ੍ਰੋਗਰਾਮ ਦੇ ਨਾਲ ਮੈਂ ਤੁਹਾਡਾ ਹੋਸਟ ਚਾਂਦ ਸ਼ਕੀਲ। ਨਾਜ਼ਰੀਨ, ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਮੁਹਤਰਮਾ ਸਮੀਨਾ ਅਸਮਾ ਸਾਹਿਬਾ। ਸਮੀਨਾ ਸਾਹਿਬਾ ਦੀਆਂ ਹੁਣ ਤੱਕ 2 ਕਿਤਾਬਾਂ ਛਪ ਚੁੱਕੀਆਂ ਨੇ। 2017 ਦੇ ਵਿੱਚ ਕੋਈ ਲਾਟ ਨੁਮਾਨੀ ਇਹਨਾਂ ਦੀ ਕਿਤਾਬ ਨੂੰ ਪੰਜਾਬ ਇੰਸਟੀਚਿਊਟ ਆਫ ਲੈਂਗੁਏਜ ਆਰਟ ਐਂਡ ਕਲਚਰ ਵੱਲੋਂ ਅਵਾਰਡ ਮਿਲਿਆ। ਇਸ ਤੋਂ ਇਲਾਵਾ ਇਹਨਾਂ ਦੀ ਇਸ ਕਿਤਾਬ ਜੋ ਛਪ ਚੁੱਕੀ ਹੈ ਵੇਲਾ ਸਿਮਰਨ ਦਾ ਇਹਨਾਂ ਦੀ ਪਹਿਲੀ ਕਿਤਾਬ ਸੀ। ਇਸ ਤੋਂ ਇਲਾਵਾ ਸਮੀਨਾ ਸਾਹਿਬਾ ਤਾਲੀਮ ਦੇ ਸ਼ੋਬੇ ਨਾਲ ਵੀ ਜੁੜੀਆਂ ਰਹੀਆਂ। ਕੁਝ ਸਾਲ ਪਹਿਲਾਂ ਹੀ ਉਹ ਬਤੌਰ ਪ੍ਰਿੰਸੀਪਲ ਰਿਟਾਇਰਡ ਹੋਈਆਂ। ਔਰ ਖ਼ਾਸ ਗੱਲ ਜੋ ਹੈ ਕਿ ਸਮੀਨਾ ਸਾਹਿਬਾ ਪ੍ਰੋਫੈਸਰ ਜ਼ੁਬੈਰ ਅਹਿਮਦ ਸਾਹਿਬ ਦੀਆਂ ਘਰ ਵਾਲੀਆਂ ਨੇ। ਜ਼ੁਬੈਰ ਸਾਹਿਬ ਜੋ ਕਿ ਇੰਟਰਨੈਸ਼ਨਲ ਲਿਟਰੇਰੀ ਅਵਾਰਡ ਯਾਫਤਾ ਲਿਖਾਰੀ ਨੇ, ਬਹੁਤ ਸੋਹਣਾ ਲਿਖਦੇ ਨੇ। ਤੇ ਅੱਜ ਅਸੀਂ ਉਹਨਾਂ ਨਾਲ ਜ਼ੁਬੈਰ ਸਾਹਿਬ ਦੇ ਹਵਾਲੇ ਨਾਲ ਵੀ ਕੁਝ ਉਹਨਾਂ ਦੀ ਜ਼ਿੰਦਗੀ ਦੇ ਹਵਾਲੇ ਨਾਲ ਹੀ ਔਰ ਨਾਲ ਅਸੀਂ ਉਹਨਾਂ ਕੋਲੋਂ ਸ਼ਾਇਰੀ ਸੁਣਾਂਗੇ। ਆਓ ਉਹਨਾਂ ਨਾਲ ਗੱਲਬਾਤ ਕਰਨੇ। अस्सलाम वालेकुम मैम जी। बहुत शुक्रिया चांद शकील, ਤੁਸੀਂ ਬੁਲਾਇਆ, ਤੁਸੀਂ ਇੱਜ਼ਤ ਦਿੱਤੀ। ਬਹੁਤ ਸ਼ੁਕਰੀਆ ਮੈਮ ਜੀ ਤੁਹਾਡਾ। ਔਰ ਕੁਝ ਦਿਨ ਪਹਿਲੇ ਤੁਹਾਡਾ ਬਰਥਡੇ ਸੀ, ਬਲਕਿ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕ ਹੋਵੇ ਤੁਹਾਨੂੰ। ਬਹੁਤ ਸ਼ੁਕਰੀਆ ਜੀ। ਅੱਛਾ ਮੈਮ ਜੀ, ਤੁਸੀਂ ਇਹ ਦੱਸੋ ਕਿ ਆਪਣੀ ਸ਼ਾਇਰੀ ਦਾ ਆਗਾਜ਼ ਕਦੋਂ ਕੀਤਾ ਔਰ ਪੰਜਾਬੀ ਵੱਲ ਕਿਸ ਤਰ੍ਹਾਂ ਆਏ? ਕੀ ਇਹਦੇ ਵਿੱਚ ਜ਼ੁਬੈਰ ਸਾਹਿਬ ਦਾ ਕੁਝ ਖਾਸ ਸੀ ਕਰਮ? ਮੈਂ ਜੀ ਬਚਪਨ ਤੋਂ ਗੱਲ ਆਪਣੀ ਕਰਨੀ ਹੈ। ਅਸੀਂ ਪੰਜਾਬੀ ਹਾਂ ਅਤੇ ਮਾਂ ਪਿਓ ਮੇਰੇ ਕਿਉਂਕਿ ਪੰਜਾਬੀ ਬੋਲਦੇ ਸੀ ਘਰ ਵਿੱਚ, ਇੱਕ ਮਾਹੌਲ ਸੀ ਪੰਜਾਬੀ ਦਾ। ਅਤੇ ਪੰਜਾਬੀ ਜ਼ਾਹਰ ਹੈ ਜਦੋਂ ਇਹ ਸ਼ੁਰੂ 'ਚ ਬੱਚੇ ਨੂੰ ਪਤਾ ਹੁੰਦਾ ਹੈ ਕਿ ਮੇਰੀ ਜ਼ਬਾਨ ਹੈ, ਮੇਰਾ ਕਲਚਰ ਹੈ, ਉਹ ਇੱਕ ਅੰਦਰ ਵੜ ਜਾਂਦੀ ਹੈ ਚੀਜ਼। ਅਤੇ ਪੰਜਾਬੀ ਜਿਹੜੀ ਸੀ ਉਹ ਮੇਰੇ ਹੱਡਾਂ ਵਿੱਚ ਰਚੀ ਹੋਈ ਸੀ। ਅਤੇ ਮੈਂ ਆਹਿਸਤਾ ਜਦੋਂ ਕੁਛ ਉਰਦੂ ਵਿੱਚ ਵੀ, ਜਦੋਂ ਡਿਊਰਿੰਗ ਪੜ੍ਹਾਈ ਦੇ ਦਰਮਿਆਨ ਉਰਦੂ ਵਿੱਚ ਵੀ ਸ਼ਾਇਰੀ ਕੀਤੀ, ਕੁਛ ਗਜ਼ਲਾਂ, ਪਰ ਉਹ ਮਜ਼ਾ ਇੰਨਾ ਨਹੀਂ ਆਇਆ ਮਾਜ਼ਰਤ ਦੇ ਨਾਲ। ਉਹਦੀ ਵਜ੍ਹਾ ਇਹ ਹੋਈ ਕਿ ਮਾਂ ਬੋਲੀ ਮੇਰੀ ਆਪਣੀ ਜਿਹੜੀ ਉਹ ਪੰਜਾਬੀ ਸੀ। ਫਿਰ ਵਿਆਹ ਤੋਂ ਬਾਅਦ ਮੈਂ ਜ਼ਾਹਰ ਜ਼ੁਬੈਰ ਮਾਸ਼ਾਅੱਲਾ ਬੜਾ ਉਹਨਾਂ ਨੇ ਕੰਮ ਕੀਤਾ ਪੰਜਾਬੀ ਲਈ। ਮੈਂ ਹਰ ਪਾਸੇ ਪੰਜਾਬੀ ਦੀਆਂ ਕਿਤਾਬਾਂ ਹੀ ਮੈਨੂੰ ਨਜ਼ਰ ਆਉਂਦੀਆਂ ਸੀ ਅਤੇ ਪੰਜਾਬੀ ਬਾਰੇ ਹੀ ਗੱਲ ਹੁੰਦੀ ਸੀ। ਅਤੇ ਉਹ ਜ਼ਾਹਰ ਅਸਰ ਕੀਤਾ ਮੇਰੇ 'ਤੇ ਅਤੇ ਮੈਂ ਪੰਜਾਬੀ ਵੱਲ ਸ਼ੁਰੂ ਹੋਈ। ਪਹਿਲੀ ਮੈਂ ਨਜ਼ਮ ਜਿਹੜੀ ਪੰਜਾਬੀ ਵਿੱਚ ਲਿਖੀ ਹੈ ਤਕਰੀਬਨ 82 'ਚ ਸਾਡਾ ਵਿਆਹ ਹੋਇਆ। 82-83 'ਚ ਮੈਂ ਪੰਜਾਬੀ 'ਚ ਲਿਖਣਾ ਸ਼ੁਰੂ ਕੀਤਾ ਅਤੇ ਉਹ ਨਜ਼ਮ ਮੈਂ ਤੁਹਾਨੂੰ ਜ਼ਰਾ ਸੁਣਾਉਣੀ ਹੈ। ਜੀ ਜੀ। ਅਤੇ ਉਹ ਜ਼ਾਹਰ ਅਸਰ ਤੇ ਜ਼ੁਬੈਰ ਦੀ ਵਜ੍ਹਾ ਨਾਲ ਆਇਆ। ਇਹੋ ਹੀ ਸਵਾਲ ਸੀ ਕਿ ਜ਼ੁਬੈਰ ਸਾਹਿਬ ਦਾ ਕਿੰਨਾ ਅਸਰ ਤੁਹਾਡੀ ਸ਼ਾਇਰੀ 'ਤੇ? ਉਹ ਮੈਂ ਐਡਮਿਟ ਕਰਨੀ ਹੈ ਕਿ ਅਸਰ ਉਹਨਾਂ ਦਾ ਆਇਆ ਅਤੇ ਉਹਨਾਂ ਦੀ ਵਜ੍ਹਾ ਨਾਲ ਉਹਨਾਂ ਨੇ ਫਿਰ ਜ਼ਾਹਰ ਉਹਨਾਂ ਨੇ ਇੱਕ ਪਲੇਟਫਾਰਮ ਦਿੱਤਾ। ਸ਼ਾਇਰ ਲਿਖਤਕਾਰ ਘਰ ਆਉਂਦੇ ਸੀ, ਸ਼ਾਇਰੀ ਦੀਆਂ ਗੱਲਾਂ ਹੁੰਦੀਆਂ ਸੀ, ਸ਼ਾਇਰੀ ਸੁਣਦੇ ਸੀ, ਮੇਰੀ ਵੀ ਸੁਣੀ, ਮੈਨੂੰ ਵੀ ਬੜਾ ਉਹਨਾਂ ਨੇ ਹੱਲਾ ਸ਼ੇਰੀ ਦਿੱਤੀ ਕਿ ਲਿਖੋ। ਅਤੇ ਮੈਂ ਪਹਿਲੀ ਜਿਹੜੀ ਨਜ਼ਮ ਲਿਖੀ ਉਹ ਮੈਂ ਤੁਹਾਨੂੰ ਜੀ ਜ਼ਰੂਰ ਸੁਣਾ ਦੇਣੀ ਹੈ। ਅਸੀਂ ਸ਼ੁਰੂਆਤ ਹੀ ਉਹਦੇ ਤੋਂ ਕਰ। ਉਹ ਮੈਨੂੰ ਵੈਸੇ ਜ਼ੁਬਾਨੀ ਯਾਦ ਵੀ ਹੈਗੀ ਜੀ। ਜੀ ਜੀ। ਚੰਨਵੇ ਉਹਦਾ ਨਾਂ ਹੈ। ਚੰਨਵੇ ਚੱਲ ਉੱਥੇ ਚਲੀਏ ਜਿੱਥੇ ਹੱਸਦਾ ਵਸਦਾ ਸੰਸਾਰ ਹੋਵੇ। ਵਾਹ। ਚੰਨਵੇ ਚੱਲ ਉੱਥੇ ਚਲੀਏ ਜਿੱਥੇ ਹੱਸਦਾ ਵਸਦਾ ਸੰਸਾਰ ਹੋਵੇ। ਵਾਹ। ਜਿੱਥੇ ਭੁੱਖੀ ਬਾਲ ਨਾ ਕੁਰਲਾਉਂਦੇ ਹੋਣ। ਵਾਹ। ਜਿੱਥੇ ਸਵਾਣੀਆਂ ਸਿਰ ਨਾ ਲੁਕਾਉਂਦੀਆਂ ਹੋਣ। ਵਾਹ। ਪੈਰੀ ਸੰਗਲਾਂ ਬੰਨੇ ਗੱਭਰੂ ਨਾ ਹੋਣ, ਉੱਚੇ ਸ਼ਮਲੇ ਰੌਲਾ ਪਾਉਂਦੇ ਨਾ ਹੋਣ। ਵਾਹ। ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ। ਵਾਹ। ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ, ਤੇਰੇ ਮੇਰੇ ਵਿੱਚ ਸੰਸਾਰ ਵਸੇ। ਤੂੰ ਦਰਦੀ ਹੈ, ਤੂੰ ਮਿੱਤਰ ਹੈ, ਕੁਝ ਹੋਰ ਵੀ ਹੈ। ਮੇਰਾ ਹੱਥ ਫੜ ਲੈ, ਮੇਰੀ ਬਾਂਹ ਫੜ ਲੈ, ਟੁਰ ਸਕਦੀ ਹਾਂ ਭਾਵੇਂ ਪੈਰੀਂ ਛਾਲੇ ਰਿਸਦੇ ਨੇ। ਪੈਂਡਾ ਲੰਮਾ ਸਹੀ, ਕੁੱਪ ਹਨੇਰਾ ਸਹੀ, ਪਰ ਉਹ ਬਦਲੀ ਵੇਖ ਜਿਹੜੀ ਚੰਨ ਨੂੰ ਪਈ ਲੁਕਾਉਂਦੀ ਹੈ। ਵਾਹ। ਕਦੇ ਚੰਨ ਵੀ ਲੁਕ ਸਕਦਾ ਏ, ਚੜ੍ਹੇ ਚੰਨ 'ਤੇ ਕੁੱਲ ਸੰਸਾਰ ਵਿਖੇ। ਹਾਂ। ਆ ਬਦਲੀ ਨੂੰ ਇਹ ਦੱਸ ਦਈਏ ਅਤੇ ਚੰਨ ਦਾ ਔਰਾ ਛੱਡ ਦੇਵੇ। ਵਾਹ। ਜਾਂ ਖੁੱਲ੍ਹ ਕੇ ਵਸਣ ਲੱਗ ਪਵੇ। ਵਾਹ ਵਾਹ ਵਾਹ। ਇਹ ਮੇਰੀ ਪਹਿਲੀ ਨਜ਼ਰ ਸੀ। ਵਾਹ ਵਾਹ, ਬਹੁਤ खूबसूरत, बहुत खूबसूरत। मैं समझता हूँ कि एक पूरा मंजर निगारी और एक ਬਹੁਤ ਪਹਿਲੀ ਜਿਹੜੀ ਉਹ ਤਖਲੀਕ ਜਿਹੜੀ ਉਹ ਬਹੁਤ ਹੀ ਖੂਬਸੂਰਤ ਕਿ ਤੁਸੀਂ ਇੰਨਾ ਅੱਛਾ ਅਲਫਾਜ਼ ਨੂੰ ਬਾਨਾ ਦੇ ਕੇ ਔਰ ਇੰਨੀ ਖੂਬਸੂਰਤ ਮੰਜ਼ਰ ਨਿਗਾਰੀ, ਬਹੁਤ ਖੂਬਸੂਰਤ ਜੀ ਮੈਡਮ ਜੀ। ਜੀ ਇਹ ਗੱਲ, ਇਹ ਜਿਹੜੀ ਹੈ ਨਾ ਚੀਜ਼, ਇਹ ਸਾਡੇ ਅੰਦਰ ਵੜੀ ਹੁੰਦੀ ਹੈ।
ਆਪਣੀ ਜ਼ਬਾਨ, ਆਪਣੀ ਮਾਂ ਬੋਲੀ ਜਿਹੜੀ ਹੈ, ਦੇਖੋ ਨਾ ਮਾਂ ਬੋਲੀ ਯਾਨੀ ਮਾਂ ਦੀ ਬੋਲੀ ਮਾਂ ਹੈ। ਦੀ ਅਸੀਂ ਕਦੀ ਗੌਰ ਨਹੀਂ ਕੀਤਾ ਕਿ ਮਾਂ ਬੋਲੀ ਜਿਹੜੀ ਹੈ, ਮਾਂ ਨਾਲ ਜੀ ਪਿਆਰ ਕਰਨੇ ਮੈਂ ਤੇ ਉਹਦੀ ਬੋਲੀ ਕਿੱਥੇ ਗਈ। ਜ਼ਰੂਰੀ ਹੈ, ਜ਼ਰੂਰੀ ਹੈ। ਉਹ ਬੋਲੀ ਨਾਲ ਵੀ ਉਦੋਂ ਤੱਕ ਮਾਂ ਨਾਲ ਪਿਆਰ ਨਹੀਂ ਹੋ ਸਕਦਾ ਜਦੋਂ ਤੱਕ ਬੋਲੀ ਨਾਲ ਪਿਆਰ ਨਹੀਂ ਕਰਾਂਗੇ। ਨਹੀਂ ਹੋ ਸਕਦਾ। ਅੱਛਾ ਮੈਮ ਜੀ, ਤੁਹਾਡਾ ਜਿਹੜਾ ਤਾਲੁਕ ਜਿਹੜਾ ਹੈ ਤਾਲੀਮ ਦੇ ਨਾਲ ਵੀ ਰਿਹਾ, ਤਾਲੀਮ ਦੇ ਸ਼ੋਬੇ ਤੁਸੀਂ ਮਾਸ਼ਾਅੱਲਾ ਪ੍ਰਿੰਸੀਪਲ ਰਿਟਾਇਰਡ ਹੋਈਆਂ, ਉਹ ਤੁਹਾਡਾ ਕਿਹਦਾ ਐਕਸਪੀਰੀਅੰਸ ਸੀ ਉਹ? ਕਿਉਂਕਿ ਅੱਜ ਕੱਲ੍ਹ ਅਗਰ ਦੇਖਿਆ ਜਾਵੇ ਸਕੂਲਾਂ ਦੀ, ਖਾਸ ਤੌਰ ਤੇ ਸਰਕਾਰੀ ਸਕੂਲਾਂ ਦੀ ਹਾਲਤ ਦੇਖ ਕੇ ਜਿਹੜਾ ਉਹ ਬੜਾ ਰੋਣ ਨੂੰ ਜੀ ਕਰਦਾ ਹੈ ਕਿ ਸਹੂਲਤਾਂ ਵੀ ਨਹੀਂ ਹੈ ਪੂਰੀ ਤਰ੍ਹਾਂ, ਔਰ ਬਹੁਤ ਸਾਰੇ ਮਾਪਿਓ ਜਿਹੜੇ ਥੱਕ ਕੇ ਆਪਣੇ ਬੱਚਿਆਂ ਨੂੰ ਜਿਹੜਾ ਸਰਕਾਰੀ ਸਕੂਲਾਂ 'ਚ ਫੀਸਾਂ ਉਹ ਦੇ ਲੈਂਦੇ ਨੇ ਇੰਨੀਆਂ ਜ਼ਿਆਦਾ, ਲੇਕਿਨ ਸਰਕਾਰੀ ਸਕੂਲਾਂ 'ਚ ਭੇਜਣ ਲਈ ਤਿਆਰ ਨਹੀਂ ਹੈ। ਇਹਦੀ ਕੀ ਵਜ੍ਹਾ ਹੈ ਬਤੌਰ ਐਜੂਕੇਸ਼ਨਿਸਟ ਤੁਸੀਂ ਕੀ? ਉਹਦੀ ਵਜ੍ਹਾ ਇਹ ਵੇ ਕਿ ਅਸੀਂ ਬੱਚਿਆਂ ਨੂੰ ਮਾਹੌਲ ਐਸਾ ਦੇਣੇ में, ਇੱਕ ਜ਼ਬਰਦਸਤੀ ਦੀ ਐਜੂਕੇਸ਼ਨ ਅਸੀਂ ਦੇਣੇ में ਕਿ ਬੱਚੇ ਤੂੰ ਜਾਣਾ ਹੈ ਇੰਨੇ ਵਜੇ, ਤੂੰ ਇਹ ਲਾਜ਼ਮੀ ਹੈ ਸਿਲੇਬਸ ਪੜ੍ਹਨਾ ਹੈ। ਇੱਕ ਉਹਨਾਂ ਦੇ ਸਿਰ ਦੇ ਉੱਤੇ ਭਾਰ ਹੈ ਐਜੂਕੇਸ਼ਨ ਦਾ, ਹਾਂ ਉਹ ਪਾਇਆ ਹੁੰਦਾ ਹੈ ਉਹਨਾਂ, ਕਿਉਂਕਿ ਐਜੂਕੇਸ਼ਨ ਦੇਖੋ, ਐਜੂਕੇਸ਼ਨ ਤੇ ਸਮਝਣ ਨਾਲ ਹੈ, ਔਰ ਉਹ ਐਜੂਕੇਸ਼ਨ ਬੱਚਾ ਉਦੋਂ ਤੱਕ ਹਾਸਿਲ ਨਹੀਂ ਕਰ ਸਕਦਾ ਜਦੋਂ ਤੱਕ ਉਹਦਾ ਮਨ ਮਰਜ਼ੀ ਉਹਦੀ ਸ਼ਾਮਿਲ ਨਹੀਂ ਹੋਏਗੀ। ਹੁਣ ਇੱਕ ਵਾਕਿਆ ਮੈਂ ਸੁਣਾਵਾਂ ਤੁਹਾਨੂੰ ਕਿ ਮੈਂ ਇੱਕ ਸਵੇਰ ਦਾ ਟਾਈਮ ਸੀ, ਮਾਰਨਿੰਗ ਦਾ, ਆਪਣੇ ਆਫਿਸ ਤੋਂ ਬਾਹਰ ਖੜੀ ਹਾਂ ਤੇ ਇੱਕ ਬੱਚੇ ਨੂੰ 3-4 ਬੰਦਿਆਂ ਨੇ ਗੇਟ ਦੇ ਅੰਦਰ ਸੁੱਟਿਆ। ਸਕੂਲ ਦੇ ਵਿੱਚ? ਸਕੂਲ ਦੇ ਗੇਟ ਦੇ ਅੰਦਰ ਉਹਨੂੰ ਬਾਕਾਇਦਾ ਇਸ ਤਰ੍ਹਾਂ ਸੁੱਟਿਆ ਜਿਸ ਤਰ੍ਹਾਂ ਕੋਈ ਕੈਦੀ ਹੁੰਦਾ ਹੈ। ਉਹ ਬੱਚਾ ਫੇਰ ਪਿੱਛੇ ਨੂੰ ਨੱਸੇ, ਉਹ ਦੁਬਾਰਾ ਤੋਂ ਫਿਰ ਉਹਨੂੰ ਫੜ ਕੇ ਅੰਦਰ ਸੁੱਟਣ। ਮੈਂ ਆਪਣੇ ਇਸ ਤਰ੍ਹਾਂ ਹੀ ਮੇਰਾ ਪੀਅਨ ਜਿਹੜਾ ਸੀ ਉਹ ਘਸੀਟ ਕੇ ਨਾ ਉਹਨੂੰ, ਉਹਨਾਂ ਨੇ ਕਿਹਾ ਘਸੀਟ ਕੇ ਤੂੰ ਇਹਨੂੰ ਲੈ ਜਾ। ਉਹ ਘਸੀਟ ਕੇ ਲੈ ਕੇ ਜਾ ਰਿਹਾ। ਮੈਂ ਉਹਨੂੰ ਬੁਲਾਇਆ, ਮੈਂ ਕਿਹਾ ਬੱਚੇ ਨੂੰ ਮੇਰੇ ਹਵਾਲੇ ਕਰ। ਮੈਂ ਬੱਚੇ ਨੂੰ ਲੈ ਕੇ ਆਪਣੇ ਕਮਰੇ 'ਚ ਆ ਗਈ। ਮੈਂ ਉਸ ਬੱਚੇ ਨੂੰ ਪੁੱਛਿਆ, ਬੇਟੇ ਕੀ ਗੱਲ ਹੈ, ਤੂੰ ਕਿਉਂ ਇਸ ਤਰ੍ਹਾਂ, ਤੇਰੇ ਨਾਲ ਤੂੰ ਕਿਉਂ ਨਹੀਂ ਆਉਣਾ ਚਾਹ ਰਿਹਾ, ਤੂੰ ਕਿਉਂ ਨਹੀਂ, ਕੀ ਗੱਲ ਤੂੰ ਪੜ੍ਹਨਾ ਨਹੀਂ ਹੈ? ਤੇ ਕਹਿੰਦਾ ਮੈਡਮ ਮੇਰਾ ਅੱਜ ਨਾ ਜੀ ਨਹੀਂ ਸੀ ਕਰ ਰਿਹਾ ਸਕੂਲ ਆਉਣ। ਤੇ ਮੈਂ ਨਲਾਇਕ ਬੱਚਾ ਨਹੀਂ ਹੈ, ਮੈਂ ਪੜ੍ਹਨ ਵਾਲਾ ਬੱਚਾ ਹੈ, ਲੇਕਿਨ ਅੱਜ ਜੀ ਨਹੀਂ ਸੀ ਕਰ ਰਿਹਾ। ਤੇ ਮੇਰੇ ਪਿਓ ਨੇ ਕਿਹਾ ਨਹੀਂ, ਮੈਨੂੰ ਪਹਿਲੇ ਮਾਰਿਆ ਤੇ ਮੈਨੂੰ ਮਾਰ ਕੇ ਕਹਿੰਦਾ ਨਹੀਂ ਤੂੰ ਜਾਣਾ, ਲਾਜ਼ਮੀ ਜਾਣਾ। ਹੁਣ ਉਹਨੂੰ ਮੈਂ ਬੱਚੇ ਨੂੰ ਪੁੱਛਿਆ, ਬੇਟੇ ਤੇਰਾ ਪਿਓ ਕੀ ਕੰਮ ਕਰਦਾ ਹੈ? ਕਹਿੰਦਾ ਉਹ ਸਾਈਕਲਾਂ ਦਾ ਕੰਮ ਕਰਦਾ, ਰਿਪੇਅਰਿੰਗ ਦਾ ਕੰਮ ਕਰਦਾ। ਤੇ ਮੈਂ ਕਿਹਾ ਫਿਰ ਤੇਰਾ ਕੀ ਖਿਆਲ ਹੈ, ਤੂੰ ਵੀ ਇਹੋ ਹੀ ਕੰਮ ਕਰਨਾ ਹੈ ਕਿ ਪੜ੍ਹਨਾ ਹੈ? ਕਹਿੰਦਾ ਮੈਮ ਜੀ ਮੈਂ ਪੜ੍ਹਨਾ ਹੈ, ਮੈਂ ਕੰਮ ਨਹੀਂ ਕਰਨਾ। ਮੈਂ ਕਿਹਾ ਤੇ ਫਿਰ ਪੜ੍ਹਨਾ ਹੈ ਤੇ ਫਿਰ ਤੂੰ ਰੋਜ਼ ਸਕੂਲ ਆਉਣਾ ਹੈ ਤੇ ਆ ਕੇ ਪੜ੍ਹਨਾ ਮੈਂ, ਨਹੀਂ ਤੇ ਤੂੰ ਵੀ ਸਾਈਕਲਾਂ ਦਾ ਰਿਪੇਅਰਿੰਗ ਦਾ ਕੰਮ ਕਰੇਗਾ ਤੇ ਇਸ ਲਈ ਤੂੰ ਆ। ਮੈਂ ਉਹਨੂੰ ਬਹਰਾਲ ਬੜੇ ਪਿਆਰ ਦੇ ਨਾਲ ਨਾਸ਼ਤਾ ਕਰਾਇਆ। ਫਿਰ ਟੀਚਰ ਨੂੰ ਬੁਲਾਇਆ, ਟੀਚਰ ਨੂੰ ਕਿ ਮੈਂ ਕਿਹੋ ਜਿਹਾ ਬੱਚਾ ਹੈ? ਉਹ ਕਹਿੰਦੀ ਬੜਾ ਅੱਛਾ ਬੱਚਾ ਹੈ ਤੇ ਛੁੱਟੀ ਵੀ ਨਹੀਂ ਕਰਦਾ। ਬਹਰਾਲ ਉਹਨੂੰ ਟੀਚਰ ਨੇ ਵੀ ਪਿਆਰ ਕਰਕੇ ਲੈ ਗਏ। ਗੱਲ ਇਹ ਕਰਨ ਦੀ ਇਹ ਵੇ ਕਿ ਦੱਸਣ ਦਾ ਮੇਰਾ ਵਾਕਿਆ ਕਿ ਅਸੀਂ ਬੱਚਿਆਂ ਨੂੰ ਜਾਨਵਰਾਂ ਦੀ ਤਰ੍ਹਾਂ ਟ੍ਰੀਟ ਕਰਨਾ ਕਿ ਅਗਰ ਨਹੀਂ ਜਾਣਾ ਤੇ ਨਹੀਂ ਜਾਣਾ, ਮਾਰੋ ਕੁੱਟੋ, ਔਰ ਟੀਚਰ ਵੀ ਉਸਤਾਦ ਵੀ ਮਾਰੇ ਕੁੱਟੇ ਉਹਨੂੰ ਪੁੱਛੋ ਤਾਂ ਸਹੀ ਤੇਰਾ ਕੀ ਬੱਚੇ ਮਸਲਾ ਕੀ ਹੈ ਤੇਰਾ। ਬਹੁਤ ਜ਼ਰੂਰੀ ਹੈ ਜਿਹੜਾ ਕਮਿਊਨੀਕੇਸ਼ਨ ਹੈ ਨਾ ਟੀਚਰ ਦਾ ਔਰ ਬੱਚੇ ਦਾ, ਉਹ ਗੈਪ ਬਦਕਿਸਮਤੀ ਨਾਲ ਬਹੁਤ ਘਟ ਗਿਆ ਹੈ। ਔਰ ਤੁਹਾਡੇ ਵਰਗੇ ਜਿਹੜੇ ਉਸਤਾਦ ਨੇ ਉਹਨਾਂ ਦੀ ਕਮੀ ਹੈ ਸਾਡੇ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ। ਦੂਸਰੀ ਵਜ੍ਹਾ ਜਿਹੜੀ ਹੈ ਸਭ ਤੋਂ ਵੱਡੀ ਇਹ ਵੇ ਕਿ ਅਸੀਂ ਜਿਹੜੀ ਉਹਨਾਂ ਨੂੰ ਦੇਣੇ में, ਉਹਨਾਂ ਨੂੰ ਐਜੂਕੇਸ਼ਨ ਦੇਣੇ में ਇਕੱਠੀਆਂ 3-4 ਜ਼ਬਾਨਾਂ ਉਹਨਾਂ ਤੇ ਲਾਗੂ ਕਰ ਦੇਣੇ में, ਉਹਨਾਂ ਨੂੰ ਮਾਂ ਬੋਲੀ 'ਚ ਤਾਲੀਮ ਦਿਓ। ਅਰਲੀ ਤਾਲੀਮ ਕਮ ਅਜ਼ ਕਮ 3 ਜਮਾਤ ਤੱਕ ਉਹਨਾਂ ਨੂੰ ਉਹਨਾਂ ਦੀ ਮਦਰ ਟੰਗ ਦੇ ਵਿੱਚ ਐਜੂਕੇਸ਼ਨ ਦੇਣੀ ਚਾਹੀਦੀ। ਇਹ ਬੜੀ ਬਦਕਿਸਮਤੀ ਹੈ, ਇਹਦੀ ਵਜ੍ਹਾ ਨਾਲ ਸਾਡੇ ਬੱਚੇ ਦੌੜਦੇ ਨੇ। ਔਰ ਉਹਨਾਂ ਤੇ ਫਿਰ ਤੁਸੀਂ ਦੇਖੋ ਨਾ, ਉਹ ਮਾਂ ਬੋਲੀ ਜਿੱਥੋਂ ਘਰੋਂ 3000 ਵਰਡ ਲੈ ਕੇ ਆਇਆ, ਲਫ਼ਜ਼ ਸਿੱਖ ਕੇ ਆਇਆ ਮਾਂ ਕੋਲ, ਉਹ ਕਿੱਥੇ ਗਏ? ਔਰ ਉਹਦੇ ਬਾਅਦ ਅਸੀਂ ਲਾ ਦੇਣੇ ਉਰਦੂ, ਅਸੀਂ ਲਾ ਦੇਣੇ ਅੰਗਰੇਜ਼ੀ, ਅਸੀਂ ਉਹਨੂੰ ਜੋਗਰਾਫੀਆ ਫਲਾਂਟ ਸਾਰਾ ਕੁਛ ਡਿਫਰੈਂਟ 2-3 ਲੈਂਗੁਏਜ ਦੇਣੇ में ਉਹਨਾਂ ਨੂੰ। ਇਹ ਬਹੁਤ ਜ਼ਿਆਦਤੀ ਹੈ ਤੇ ਇਹ ਭਾਰ ਹੌਲਾ ਹੋਣਾ ਚਾਹੀਦਾ। ਜਿਹੜੇ ਦੇਖਣ ਪ੍ਰੋਗਰਾਮ ਦੇਖ ਰਹੇ ਨੇ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਜਿਹੜਾ ਐਜੂਕੇਸ਼ਨ, ਉਹਨਾਂ ਦੀ ਖਾਹਿਸ਼ ਵੀ ਪੁੱਛਣੀ ਚਾਹੀਦੀ ਕਿ ਕਿਸ ਤਰ੍ਹਾਂ ਉਹਨਾਂ ਨੂੰ ਲੈ ਕੇ ਚੱਲਣਾ ਹੈ ਜਾਂ ਉਹ ਕੀ ਚਾਹੁੰਦੇ ਨੇ। ਤੇ ਤੁਸੀਂ ਹੁਣ ਸਾਡੇ ਕਿਹੜੀ ਨਜ਼ਮ ਸੁਣਾ ਰਹੇ ਹੋ? ਮੈਂ ਤੁਹਾਨੂੰ ਇੱਕ ਬਿਲਕੁਲ ਨਜ਼ਮ ਹੋਰ ਸੁਣਾਉਣੀ ਹੈ। ਕੁਰਲਾ ਵੇਲਾ ਸਿਮਰਨ ਦੇ ਵਿੱਚੋਂ। ਹਾਂਜੀ, ਵੇਲਾ ਸਿਮਰਨ ਦੇ ਵਿੱਚੋਂ, ਕਿਉਂਕਿ ਇਹ ਸ਼ਾਇਰੀ ਵੀ ਜਿਹੜੀ ਹੁੰਦੀ ਹੈ ਜਾਂ ਲਿਖਤਾਂ ਜਿਹੜੀਆਂ ਨਾ ਔਲਾਦ ਦੀ ਤਰ੍ਹਾਂ ਹੁੰਦੀਆਂ।
ਤੇ ਉਹ ਚੋਣ ਉਹਨਾਂ ਦੀ ਕਰਨੀ ਬਹੁਤ ਔਖੀ ਹੈ ਬਿਲਕੁਲ ਕਿ ਕਿਹੜੀ ਚੋਣ ਕਿਹੜੀ ਸੁਣਾਵਾਂ ਕਿਹੜੀ ਨਾ, ਕਿਉਂਕਿ ਸਾਰੀਆਂ ਹੀ ਚੰਗੀਆਂ ਲੱਗਦੀਆਂ ਸਾਰੀਆਂ ਹੀ ਹੁੰਦੀਆਂ। ਚੰਗੀਆਂ ਲੱਗਦੀਆਂ ਨੇ ਆਪਣੇ ਲਿਖਤ ਕਾਰਨ। ਅੱਛਾ ਜੀ, ਇਹ ਹੋਂਦ ਇਹਦਾ ਨਾਂ ਹੈ। ਹੋਂਦ, ਵਜੂਦ। ਹਾਂਜੀ, ਵਜੂਦ, ਹੋਂਦ। ਜੋ ਸੋਚਨੇ ਆ ਉਹ ਹੁੰਦਾ ਨਹੀਂ, ਜੋ ਹੁੰਦਾ ਏ ਉਹ ਸੋਚਾਂ ਤੋਂ ਅਗੇਰੇ। ਹਾਂ, ਜ਼ਬਰਦਸਤ ਜ਼ਬਰਦਸਤ। ਜੋ ਸੋਚਦੇ ਆ ਉਹ ਹੁੰਦਾ ਨਹੀਂ, ਜੋ ਹੁੰਦਾ ਏ ਉਹ ਸੋਚਾਂ ਤੋਂ ਅਗੇਰੇ। ਵਾਹ। ਭਾਵੇਂ ਡੱਕੇ ਲਾਵਣ ਬੰਦ ਬਥੇਰੇ, ਹੋਣੀ ਪੁੰਗਰ ਰਾਹ ਲੱਭ ਲੈਣਾ, ਵਾਹ। ਅਨਹੋਣੀ ਨਾਲ ਸਾਂਝ ਸਵੇਰੇ। ਵਾਹ ਵਾਹ ਵਾਹ। ਹੋਣੀ ਪੁੰਗਰ ਰਾਹ ਲੱਭ ਲੈਣਾ, ਯਾਨੀ ਕਿ ਉਹਨੇ ਹੋ ਕੇ ਰਹਿਣਾ, ਉਹਨੇ ਹੋ ਕੇ ਰਹਿਣਾ। ਅਨਹੋਣੀ ਨਾਲ ਸਾਂਝ ਸਵੇਰੇ, ਵਾਹ। ਜੇਕਰ ਜਾਣੀ ਹੋਂਦ ਅਸਾਂ ਦੀ। ਵਾਹ ਵਾਹ। ਜੇ ਅਸੀਂ ਆਪਣੀ ਪਛਾਣ ਕਰ ਲਈਏ, ਪੂਰੇ ਹੋ ਗਏ ਥੀ ਅਧੇਰੇ। ਵਾਹ 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 ਵਾਹ, ਬਹੁਤ ਜ਼ਬਰਦਸਤ। ਕਿ ਆਪਣੀ ਪਛਾਣ ਇਨਸਾਨ ਨੂੰ ਜ਼ਰੂਰੀ ਹੈ। ਜੇ ਉਹ ਆਪਣੀ ਪਛਾਣ ਹੀ ਕਰ ਲਵੇ ਤੇ ਉਹ ਬਹੁਤ ਸਾਰੀਆਂ ਚੀਜ਼ਾਂ ਦੇ ਜਿਹੜੇ ਰਾਸ ਨੇ ਉਹਨੂੰ ਪਤਾ ਚੱਲ ਸਕਦੇ। ਬਹੁਤ ਖੂਬਸੂਰਤ, ਬਹੁਤ ਖੂਬਸੂਰਤ। ਤੇ ਹੋਰ ਕਿਹੜੀ ਨਜ਼ਮ ਤੁਹਾਨੂੰ ਸੁਣਾ ਰਹੇ, ਕਿਉਂਕਿ ਸਾਡੇ ਕੋਲ ਥੋੜਾ ਜਿਹਾ ਟਾਈਮ ਦਾ ਵੀ ਉਹ ਘੱਟ ਹੈਗਾ, ਅਸੀਂ ਉਹਨੂੰ ਵੀ ਦੇਖਣਾ ਹੈ ਥੋੜਾ। ਪੱਠੀ ਦਾਣੇ ਭੁੰਨੀ ਜਾ। ਪੱਠੀ ਦਾਣੇ, ਹਾਂਜੀ, ਪੱਠੀ ਜੀ ਦੇ ਦਾਣੇ। ਹੁਣ ਤਾਂ ਖੈਰ ਮੁੱਕ ਗਈਆਂ, ਬਹੁਤ ਘੱਟ ਨਜ਼ਰ ਨਹੀਂ ਆਉਂਦੀਆਂ। ਸਾਡੇ ਬਚਪਨ 'ਚ ਤੇ ਬੜੀਆਂ ਪੱਠੀਆਂ ਹੁੰਦੀਆਂ ਸੀ। ਤੇ ਪੱਠੀ ਦਾਣੇ ਭੁੰਨੀ ਜਾ, ਇਸ਼ਕ ਦਾ ਬਾਲਣ ਹੋਰ ਵਧਾ। ਵਾਹ। ਕੁਝ ਦਾਣੇ ਤੇਰੇ ਬਾਹਰ ਵਗੀਂਦੇ, ਵਾਹ ਵਾਹ। ਕੁਝ ਵਾਂਗ ਦਿਲੇ ਬੰਦ ਰਹਿੰਦੇ। ਵਾਹ ਵਾਹ ਵਾਹ, ਬਹੁਤ ਖੂਬ, ਬਹੁਤ ਖੂਬ। ਤਪ ਰੇਤੀ ਅੰਦਰੀ ਸਹਿੰਦੇ, ਮੂੰਹੋਂ ਕੁਝ ਨਾ ਕਹਿੰਦੇ। ਵਾਹ 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 ਵਾਹ। ਕੁਝ ਫੱਟ ਅਸਮਾਨੀ ਜਾਂਦੇ, ਲਾਈਆਂ ਤੋੜ ਨਿਭਾਉਂਦੇ। ਵਾਹ 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 ਵਾਹ, ਬਹੁਤ ਜ਼ਬਰਦਸਤ, ਬਹੁਤ ਖੂਬਸੂਰਤ ਮੈਮ ਜੀ। ਅੱਛਾ, ਅਖੀਰ ਤੇ ਸਾਨੂੰ ਜ਼ੁਬੈਰ ਸਾਹਿਬ ਬਾਰੇ ਥੋੜਾ ਜਿਹਾ ਦੱਸੋ, ਅਸੀਂ ਉਹਨਾਂ ਦੀਆਂ ਵੀ ਸ਼ਿਕਾਇਤਾਂ ਜ਼ਰਾ ਤੁਹਾਡੇ ਕੋਲੋਂ ਸੁਣ ਲਈਏ। ਬਤੌਰ ਜਿਹੜੇ ਉਹ ਕੈਸੇ ਇਨਸਾਨ ਨੇ, ਘਰ ਦੇ ਵਿੱਚ ਉਹ ਤਖਲੀਕ ਤੇ ਉਹਨਾਂ ਦੀ ਮਾਸ਼ਾਅੱਲਾ ਜਿਹੜੀ ਉਹ ਬਹੁਤ ਖੂਬਸੂਰਤ, ਉਹਨਾਂ ਨੂੰ ਅਵਾਰਡ ਵੀ ਮਿਲੇ ਔਰ ਆਪਣੇ ਜਿਹੜੇ ਉਹ ਕੰਮ ਨੂੰ ਜਾਰੀ ਰੱਖੇ ਹੋਏ। ਔਰ ਬਹੁਤ ਘੱਟ ਇਸ ਤਰ੍ਹਾਂ ਹੁੰਦਾ ਹੈ ਕਿ ਦੋਨੋਂ ਜਿਹੜਾ ਕਪਲ ਹੋਵੇ ਉਹ ਤਾਲੀਮ ਦੇ ਨਾਲ ਵੀ ਜੁੜਿਆ ਹੋਵੇ। ਤੁਸੀਂ ਵੀ ਸਕੂਲ ਦੇ ਵਿੱਚ ਪੜ੍ਹਾਉਂਦੇ ਰਹੇ, ਉਹ ਵੀ ਜਿਹੜਾ ਰਿਟਾਇਰਡ ਹੋਏ ਕਾਲਜ ਤੋਂ। ਔਰ ਕੈਸੀ ਲਾਈਫ ਹੁਣ ਤੱਕ ਗੁਜ਼ਰ ਰਹੀ ਹੈ? ਬਸ ਜੀ, ਅਸਲ ਚੀਜ਼ ਹੁੰਦੀ ਏ ਸੱਚ ਤੇ ਸੱਚਾਈ। ਵਾਹ। ਤੇ ਜ਼ੁਬੈਰ ਵਰਗਾ ਬੰਦਾ ਮੈਨੂੰ ਲੱਗਦਾ ਹੈ ਅੱਜ ਦੀ ਦੁਨੀਆ ਦਾ ਬੰਦਾ ਨਹੀਂ ਹੈ, ਜਿਹਦੇ ਵਿੱਚ ਨਾ ਲੋਭ ਹੈ ਨਾ ਲਾਲਚ ਹੈ। ਉਹਨੇ ਜੋ ਕੰਮ ਕਰਨਾ ਹੈ, ਜੋ ਪੰਜਾਬੀ ਲਈ ਕੰਮ ਉਹ ਕਰ ਰਹੇ ਨੇ, ਕਿਸੇ ਲੋਭ ਦੇ ਬਗੈਰ, ਕਿਸੇ ਲਾਲਚ ਦੇ ਬਗੈਰ। ਤੇ ਇਹ ਗੱਲ ਕੋਈ ਛੋਟੀ ਗੱਲ ਨਹੀਂ ਹੁੰਦੀ। ਬਿਲਕੁਲ। ਤੇ ਘਾਟੇ ਦਾ ਜਿੱਧਰ ਸੌਦਾ ਨਜ਼ਰ ਆ ਰਿਹਾ ਹੋਵੇ ਜਾਂ ਕੋਲੋਂ ਪੈਸੇ ਲੱਗ ਰਹੇ ਹੋਣ, ਹਾਂ, ਕੋਲੋਂ ਪੈਸੇ ਲੱਗ ਰਹੇ ਹੁੰਦੇ ਨੇ। ਔਰ ਅੱਜ ਤੱਕ ਸਾਰੀ ਜ਼ਿੰਦਗੀ ਬੱਚਿਆਂ ਨੂੰ ਪੜ੍ਹਾਇਆ ਨਾ ਜਿਹੜਾ, ਉਸ ਪੜ੍ਹਾਉਣ ਦੇ ਮਤਲਬ ਉਹ ਤੇ ਨੌਕਰੀ ਦੇ ਤੇ ਪੈਸੇ ਲਾਜ਼ਮੀ ਲੈਣਾ ਹੀ ਨੇ, ਕਿਉਂਕਿ ਢਿੱਡ ਵੀ ਤੇ ਚੱਲਣਾ ਹੈ ਨਾ। ਲੇਕਿਨ ਉਹਦੇ ਇਲਾਵਾ ਐਕਸਟਰਾ ਕਿਸੇ ਬੱਚੇ ਨੂੰ ਪੜ੍ਹਾਇਆ ਨਾ ਕਦੀ, ਬਗੈਰ ਕਿਸੇ ਮੁੱਲ ਦੇ ਅੱਜ ਤੱਕ। ਨਾ ਜ਼ੁਬੈਰ ਨੇ ਨਾ ਮੇਰਾ ਵੀ ਇਹੋ ਹੀ ਸੀ। ਤੇ ਬਾਕੀ ਜਿਹੜਾ ਪੰਜਾਬੀ ਲਈ ਕੰਮ ਕਰ ਰਹੇ ਨੇ ਉਹ ਬਹੁਤ ਹੀ ਦਿਲਚਸਪੀ ਲੈ ਕੇ ਦਿਨ ਰਾਤ, ਹੁਣ ਇਹਨਾਂ ਨੇ 12 ਮਾਹ ਜਿਹੜਾ ਕੱਢਿਆ ਰਸਾਲਾ, ਬਹੁਤ ਮਿਹਨਤ ਕੀਤੀ ਹੈ, ਦਿਨ ਰਾਤ ਸਿੰਸੀਅਰ ਹੋ ਕੇ ਬਿਲਕੁਲ ਉਸ ਕੰਮ ਦੇ ਵਿੱਚ ਉਹਨੂੰ ਉਸ ਕੰਮ ਦੀ ਪਕਿਆਈ ਲਈ ਆਪਣਾ ਦਿਨ ਰਾਤ ਕੋਸ਼ਿਸ਼ ਕੀਤੀ ਕਿ ਮਿਆਰੀ ਚੀਜ਼ ਸਾਹਮਣੇ ਆਏ ਔਰ ਬਗੈਰ ਕਿਸੇ ਲਾਲਚ ਦੇ। ਤੇ ਸੱਚਾਈ ਜਿਹੜੀ ਹੈ ਨਾ, ਉਹ ਬੰਦਾ ਬਹੁਤ ਵੱਡੀ ਗੱਲ ਹੁੰਦੀ ਹੈ, ਹਰ ਬੰਦੇ ਦੀ ਹੈ ਨਹੀਂ ਸਿਰਫ। ਔਰ ਤੁਹਾਡੇ ਰਿਲੇਸ਼ਨ ਦੀ ਜਿਹੜੀ ਮੈਂ ਸਮਝਦੀ, ਜਿਹੜੀ ਰਿਲੇਸ਼ਨ ਦੀ ਅਸਲ ਬੁਨਿਆਦ ਵੀ ਇਹ ਹੋਈ ਹੈ ਕਿ ਬੰਦਾ ਸੱਚਾ ਹੋਏ, ਖਾਲਸ ਹੋਵੇ। ਬਹੁਤ ਸ਼ੁਕਰੀਆ ਮੈਮ ਜੀ, ਬਹੁਤ ਸ਼ੁਕਰੀਆ, ਤੁਹਾਡੀ ਮਿਹਰਬਾਨੀ, ਤੁਸੀਂ ਤਸ਼ਰੀਫ ਲਿਆਏ। ਨਾਜ਼ਰੀਨ, ਜਿਸ ਤਰ੍ਹਾਂ ਕਿ ਤੁਸੀਂ ਮੁਹਤਰਮਾ ਸਾਹਿਬਾ ਦੀਆਂ ਗੱਲਾਂ ਸੁਣੀਆਂ ਕਿ ਉਹਨਾਂ ਨੇ ਤਾਲੀਮ ਦੇ ਹਵਾਲੇ ਨਾਲ ਵੀ ਗੱਲਬਾਤ ਕੀਤੀ ਕਿ ਸਾਡੇ ਜਿਹੜੇ ਸਕੂਲਾਂ ਦੇ ਵਿੱਚ ਕੈਸੇ ਮਾੜੇ ਹਾਲਾਤ ਨੇ ਔਰ ਟੀਚਰਸ ਦਾ ਰਵੱਈਆ ਕੀ ਹੈ। ਔਰ ਅਸੀਂ ਆਸ ਕਰਨੇ ਤੁਹਾਨੂੰ ਅੱਜ ਦਾ ਪ੍ਰੋਗਰਾਮ ਵੀ ਬਹੁਤ ਪਸੰਦ ਆਇਆ ਹੋਵੇਗਾ। ਇਹਦੇ ਨਾਲ ਹੀ ਆਪਣੇ ਹੋਸਟ ਚਾਂਦ ਸ਼ਕੀਲ ਨੂੰ ਇਜਾਜ਼ਤ ਦਿਓ। ਲੈ ਆਓ ਯਾਰ ਹਵਾਲੇ ਰੱਬ ਦੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ। ਬਹੁਤ ਸ਼ੁਕਰੀਆ।